जिंदाबाद वकील एकता। प्लीज़ असीं हथ जोड़ के साडा बे कर दिओ सीएम साहब नूं कि तुहाडी मुहिम इस रथां दे विच नहीं चलनी जिहड़े रथ इन्हां ने तोरे। नमस्कार, मैं हल्का शर्मा ते तुसीं वेख रहे हो डेली हितैषी। एडवोकेट वरुण गुप्ता ने जो जंग जारी की सी, तुसीं देख सकते हो कि अज 5वां दिन हो गया इस जंग का, तो हले तक ये चल रही है इंसाफ की लड़ाई। पर एक गल इत्थे ये समझ नहीं आ रही कि जेड़े इंसाफ की लड़ाई लड़ के लोगों को इंसाफ दवांदे ने, प्रशासन उन्होंने हक की लड़ाई क्यों नहीं दे रही? हजे तक इस मामले के उत्ते कोई कार्रवाई क्यों नहीं की जा रही? मैं विशाल सिंह जोल एग्जैक्टिव मैंबर DBA लुधियाना ਦੇ ਵਿੱਚ ਪ੍ਰੈਜ਼ੈਂਟ ਆ। ਅਸੀਂ ਅੱਜ ਧਰਨਾ ਲਾਇਆ ਹੋਇਆ ਜਿਹੜਾ ਵਰਨ ਗੁਪਤਾ ਦੇ ਨਾਲ ਹੋਇਆ ਅਤਿਆਚਾਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹਦੀ ਕੋਈ ਕਾਰਵਾਈ ਕੀਤੀ ਨਹੀਂ ਜਾ ਰਹੀ। ਅੱਜ ਸਾਡਾ 5ਵਾਂ ਦਿਨ ਹੈ, ਅਸੀਂ ਹੜਤਾਲ ਦੇ ਉੱਪਰ ਬੈਠੇ ਹੋਏ ਆ ਤੇ ਸਾਡਾ ਸਾਰਾ ਵਕੀਲ ਭਾਈਚਾਰਾ ਇੱਥੇ ਪ੍ਰੈਜ਼ੈਂਟ ਹੈ। ਜਿਹੜੇ ਵਰਨ ਗੁਪਤਾ ਨਾਲ ਹੋਏ ਅਤਿਆਚਾਰ, ਕੱਲਾ ਸਿਰਫ ਵਰਨ ਗੁਪਤਾ ਦੇ ਨਾਲ ਹੀ ਅਤਿਆਚਾਰ ਨਹੀਂ ਹੋਇਆ, ਇਹ ਸਾਡੇ ਸਾਰੇ ਵਕੀਲ ਭਾਈਚਾਰੇ ਦੇ ਨਾਲ ਹੋਇਆ। ਅਸੀਂ ਇੱਕ ਪਬਲਿਕ ਦੇ ਸੇਫਗਾਰਡ ਕਹਾਉਂਦੇ ਆ ਤੇ ਇਹ ਸੇਫਗਾਰਡ ਜਿਹੜੇ ਆ ਜਦੋਂ ਇਹਨਾਂ ਨੂੰ ਆਪ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਜਾਣ ਲੱਗ ਜਾਏ, ਫਿਰ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕਿਸੇ ਆਮ ਪਬਲਿਕ ਦੇ ਲਈ ਕੋਈ ਸੇਫਗਾਰਡ ਬਣ ਸਕਦਾ ਹੈ ਜਾਂ ਉਹਨਾਂ ਦੀ ਕੋਈ ਸਿਕਿਉਰਿਟੀ ਕਰ ਸਕਦਾ ਹੈ ਜਾਂ ਉਹਨਾਂ ਨੂੰ ਕੋਈ ਇਨਸਾਫ ਦਿਵਾ ਸਕਦਾ ਹੈ। 5 दिन हो गए ਤੁਹਾਨੂੰ ਇਹ ਲੜਾਈ ਲੜਦੇ ਹੋਏ। ਹਾਂਜੀ, ਜਦ ਇਨਸਾਫ ਦੀ ਜਿਹੜੀ ਲੜਾਈ ਲੜਦੇ ਨੇ ਲੋਕਾਂ ਦੇ ਲਈ, ਹਾਂਜੀ, ਉਹਨਾਂ ਦਾ ਹੀ ਇਨਸਾਫ ਨਹੀਂ ਹੋ ਰਿਹਾ ਤੇ ਬਾਕੀ ਜਨਤਾ ਦਾ ਕੀ ਹਾਲ ਹੋਊਗਾ? ਦੇਖੋ ਇਹ ਸਾਡਾ ਮਾੜਾ ਪੁਲਿਸ ਪ੍ਰਸ਼ਾਸਨ ਲਾ ਲਓ, ਸਾਡੀ ਮਾੜੀਆਂ ਸਰਕਾਰਾਂ ਲਾ ਲਓ, ਸਾਡਾ ਮਾੜਾ ਪੁਲਿਸ ਪ੍ਰਸ਼ਾਸਨ ਲਾ ਲਓ, ਪੁਲਿਸ ਪ੍ਰਸ਼ਾਸਨ ਦੀ ਰਲੀ ਮਿਲੀ ਭਗਤ ਲਾ ਲਓ ਜਿਹੜੀ ਹੈਗੀ ਹੈ ਵੀ ਇੱਕ ਪੁਲਿਸ ਜਿਹੜਾ ਕਰਪਟ ਪੁਲਿਸ ਅਫਸਰ ਹੈ ਜਿਹਨੂੰ ਸਪੋਰਟ ਕੀਤਾ ਜਾ ਰਿਹਾ। 5 ਦਿਨਾਂ ਤੋਂ ਬਾਅਦ ਵੀ ਉਹਨਾਂ ਦੇ ਉੱਤੇ FIR ਨਹੀਂ ਦਰਜ ਕੀਤੀ ਜਾ ਰਹੀ, ਨਾ ਹੀ ਉਹਨਾਂ ਨੂੰ ਕੋਈ ਸਵਾਲ ਜਵਾਬ ਪੁੱਛੇ ਜਾ ਰਹੇ ਹੈ ਅਤੇ ਨਾਲ ਹੀ CCTV ਕੈਮਰੇਜ਼ ਵੀ ਹੈ ਜਿਹੜੇ ਉਹ ਇਹਨਾਂ ਵੱਲੋਂ ਲੁਕੋ ਲਏ ਗਏ, ਚੋਰੀ ਕਰ ਲਏ ਗਏ, ਉਤਾਰ ਲਏ ਗਏ ਕਿਉਂਕਿ ਇਹਦੇ ਉੱਤੇ ਕਾਰਵਾਈ ਨਾ ਹੋਵੇ। ਕਿਉਂਕਿ ਇਹ ਸਿਰਫ ਸਾਰੀ ਇੱਕ ਕਰਪਸ਼ਨ ਦੇ ਉੱਤੇ ਹੈ ਵੀ ਜਿਹੜੀ ਅਗਰ ਇੱਕ ਬੰਦਾ ਵੜਿਆ ਜਾਂਦਾ ਪੁਲਿਸ ਪ੍ਰਸ਼ਾਸਨ ਦਾ ਤਾਂ ਸਾਰੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਪੋਲ ਖੋਲਣ ਦੇ ਇਹਨਾਂ ਨੂੰ ਡਰ ਨੇ, ਜਿਸ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ। ਸਰ ਜਿਵੇਂ ਤੁਸੀਂ 5 ਦਿਨ ਹੋ ਗਏ ਨੇ ਅੱਜ ਸਟ੍ਰਾਈਕ ਕਰਦੇ ਹੋਏ ਤੇ ਇਹਦੇ ਨਾਲ ਜੋ ਆਮ ਜਨਤਾ ਹੈ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਲੇਟ ਹੋ ਰਹੇ ਨੇ, ਹਸਪੀਟਲਾਈਜ਼ ਪੇਸ਼ੈਂਟ ਨੇ, ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ। ਦੇਖੋ ਜਿਹੜੀ ਆਮ ਜਨਤਾ ਦੀ ਗੱਲ ਕਰੀਏ, ਆਮ ਜਨਤਾ ਤੋਂ ਪਹਿਲੇ ਵਕੀਲ ਵੀ ਇੱਕ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਕੋਰਟ ਦੇ ਵਿੱਚ, ਜਿਹਦੇ ਕੋਲ ਡੇਲੀ ਦੇ ਰੂਟੀਨ 'ਚ ਕਾਫੀ ਕੇਸ ਲੱਗੇ ਹੁੰਦੇ ਨੇ। ਅਸੀਂ ਆਪਣੇ ਸਾਰੇ ਕੰਮਕਾਰ ਜਿਹੜੇ ਹੈਗੇ ਆ ਦਾਅ ਦੇ ਉੱਤੇ ਲਾ ਕੇ ਆਪਣੀ ਇੱਜ਼ਤ ਬਚਾਉਣ ਲਈ ਅਸੀਂ ਰੋਡ ਦੇ ਉੱਤੇ ਬੈਠੇ ਆ। ਬਾਕੀ ਰਹਿ ਗਈ ਪਬਲਿਕ ਦੀ ਗੱਲ, ਪਬਲਿਕ ਨੂੰ ਦੇਖੋ ਇਨਕਨਵੀਨੀਅੰਸ ਤਾਂ ਹੋ ਰਹੀ ਹੈ ਜਦੋਂ ਕਿਤੇ ਧਰਨਾ ਲੱਗਦਾ, ਕਿਤੇ ਕੋਈ ਵੀ ਐਸੀ ਨਾ ਇਨਸਾਫੀ ਹੁੰਦੀ ਹੈ, ਪਬਲਿਕ ਨੂੰ ਇਨਕਨਵੀਨੀਅੰਸ ਹੁੰਦੀ ਹੈ। ਬਟ ਜਿੱਥੇ ਗੱਲ ਆ ਜਾਂਦੀ ਐਂਬੂਲੈਂਸ ਦੀ, ਅਸੀਂ ਐਂਬੂਲੈਂਸ ਨੂੰ ਪ੍ਰੋਪਰਲੀ ਰਸਤਾ ਦੇ ਰਹੇ ਆ, ਕਿਸੇ ਵੀ ਪੇਸ਼ੈਂਟ ਨੂੰ ਪ੍ਰੋਬਲਮ ਨਾ ਆਵੇ। ਸਾਰੀ ਐਂਬੂਲੈਂਸ ਜਿਹੜੀ ਆ ਅਸੀਂ ਤਰੀਕੇ ਦੇ ਨਾਲ ਇੱਥੋਂ ਸਾਈਡ ਤੋਂ ਕਢਾ ਰਹੇ ਆ, ਪਲੱਸ ਜਿਹੜੀ ਐਮਰਜੈਂਸੀ ਵਾਹੀਕਲ ਨੇ ਸਾਰਿਆਂ ਨੂੰ ਅਸੀਂ ਕਢਵਾ ਰਹੇ ਆ। ਸੈਕੰਡਲੀ ਜਿਹੜੀ ਪਬਲਿਕ ਦੀ ਗੱਲ ਹੈ, ਪਬਲਿਕ ਦੀ ਇਨਕਨਵੀਨੀਅੰਸ ਜਦੋਂ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਉਹ ਸਾਡੇ ਨਾਲ ਆ ਕੇ ਸਾਥ ਹੀ ਦੇ ਰਹੇ ਨੇ। ਉਹ ਆਪਣੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਹੋਏ ਅਤਿਆਚਾਰ ਦੇ ਖਿਲਾਫ ਉਹ ਆ ਕੇ ਸਾਡੇ ਨਾਲ ਖੜ ਰਹੇ ਨੇ, ਸਾਨੂੰ ਕਹਿ ਰਹੇ ਨੇ ਵੀ ਜੇ ਤੁਹਾਡੇ ਨਾਲ ਹੀ ਇਹੋ ਜਿਹਾ ਕੰਮ ਹੋ ਰਿਹਾ, ਅਸੀਂ ਤੁਹਾਡੇ ਕੋਲ ਨਾ ਆਈਏ ਤਾਂ ਅਸੀਂ ਜਾਈਏ ਕਿੱਥੇ। ਥੋੜੇ ਦਿਨ ਪਹਿਲੇ ਇੱਕ ਲੜਕਾ ਥਾਣੇ ਦੇ ਵਿੱਚ ਮਾਰਕਟਾਈ ਕਰਕੇ ਮਾਰ ਦਿੱਤਾ ਗਿਆ। ਉਹਨਾਂ ਦੇ ਪਰਸੋਂ ਦੀ ਤਰੀਕ ਦੇ ਵਿੱਚ ਸਾਡੇ ਕੋਲ ਆਏ ਸੀ ਧਰਨੇ ਦੇ ਨਾਲ, ਸਾਡੇ ਨਾਲ ਉਹਨਾਂ ਨੇ ਸਾਥ ਦਿੱਤਾ, ਉਹ ਆ ਕੇ ਖੜੇ ਸੀ। ਹਜੇ ਵੀ ਉਹਨਾਂ ਦੇ ਧਰਨੇ ਜਾਰੀ ਨੇ, ਉਹਨਾਂ ਨਾਲ ਵੀ ਨਾਇਨਸਾਫੀਆਂ ਹੋਈਆਂ ਨੇ। ਹੋਰ ਵੀ ਜਿਹੜੇ ਹਰਬੰਸ ਸਿੰਘ ਵੱਲੋਂ ਕੀਤੇ ਗਏ ਅਤਿਆਚਾਰ, ਭੁੱਕੀ ਦੇ ਪਾਏ ਗਏ ਕੇਸ, ਜਿਹੜੇ ਨਸ਼ੀਲੇ ਪਦਾਰਥ ਪਾ ਕੇ ਇਹਨਾਂ ਨੇ ਕਈ ਹਸਬੈਂਡ ਹੋ ਗਏ, ਫਾਦਰ ਹੋ ਗਏ, ਬੇਟੇ ਹੋ ਗਏ, ਕਈਆਂ ਮਾਵਾਂ ਸਾਡੇ ਕੋਲ ਆ ਕੇ ਰੋਈਆਂ ਨੇ ਜਿਨ੍ਹਾਂ ਨੇ ਆਪਣੇ ਬਿਆਨ ਦਿੱਤੇ ਨੇ। ਅਗਰ ਅਸੀਂ ਰੋਡ ਦੇ ਉੱਤੇ ਉਤਰੇ ਆ ਤਾਂ ਹੀ ਪਬਲਿਕ ਸਾਡੇ ਕੋਲ ਆ ਕੇ ਉਹਨਾਂ ਨੇ ਸਾਡੇ ਨਾਲ ਆਪਣੇ ਵਿਚਾਰ ਵਿਮਰਸ਼ ਕੀਤੇ ਤਾਂ ਕਿ ਅਸੀਂ ਮੀਡੀਆ ਅੱਗੇ ਦੱਸ ਸਕੀਏ ਤੇ ਪੁਲਿਸ ਪ੍ਰਸ਼ਾਸਨ ਸਾਡੀ ਗੱਲ ਸੁਣ ਸਕੇ। ਇਹ ਕਾਰਵਾਈ ਜੀ ਜਿਹੜੀ ਪ੍ਰੋਬਲਮ ਦੇਖੋ ਇਹ ਸਾਰੀ 5 ਦਿਨਾਂ ਦੀ ਦਿਖ ਰਹੀ ਹੈ ਵੀ ਜਿੰਨੀ ਡਿਲੇ ਹੋ ਰਹੀ ਹੈ
ਇਹ ਸਾਰੀ ਪੁਲਿਸ ਪ੍ਰਸ਼ਾਸਨ ਦੀ ਰਲੀ ਮਿਲੀ ਭਗਤ ਹੈ ਜਿਹੜੀ ਹੈਗੀ ਕਰਪਸ਼ਨ ਹੈ। ਅਗਰ ਮੈਨੂੰ ਲੱਗਦਾ ਵੀ ਇਹਨਾਂ ਨੂੰ ਵੀ ਇਹੀ ਲੱਗਦਾ ਹੈ, ਅਗਰ ਇੱਕ ਪੁਲਿਸ ਵਾਲਾ ਫੜਿਆ ਜਾਂਦਾ ਹੈ ਤਾਂ ਇਹਨਾਂ ਦੀ ਸਾਰਿਆਂ ਦੀ ਪੋਲ ਜਿਹੜੀ ਹੈਗੀ ਆ ਖੁੱਲਣ ਦੇ ਇਹਨਾਂ ਨੂੰ ਡਰ ਨੇ, ਜਿਹਦੇ ਕਰਕੇ ਉਹਦੇ ਉੱਤੇ ਇੱਕ SHO ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਜਾਂਦਾ। ਪਰਚਾ ਦਰਜ ਕਰਨਾ ਕਈ ਕਾਨੂੰਨ ਨੇ ਜਿਸ ਤਰੀਕੇ ਨਾਲ ਪਰਚੇ ਦਰਜ ਕੀਤੇ ਜਾ ਸਕਦੇ ਆ। 0 ਨੰਬਰ FIR ਕੱਟਣ ਦੇ ਇਹਨਾਂ ਨੂੰ ਪ੍ਰਾਵਧਾਨ ਹੈਗੇ ਨੇ ਵੀ 0 ਨੰਬਰ FIR ਕੱਟੀ ਜਾ ਸਕਦੀ। ਕਿਤੇ ਵੀ ਅਕਰੈਂਸ ਹੋਵੇ ਤਾਂ ਕਿਸੇ ਵੀ ਹੋਰ ਏਰੀਆ ਦੇ ਵਿੱਚ ਜਾ ਕੇ 0 ਨੰਬਰ FIR ਕੱਟ ਕੇ ਉਹਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਉਹ ਸਿਰਫ ਆਮ ਜਨਤਾ ਲਈ ਹੈ, ਪੁਲਿਸ ਵਾਲਿਆਂ ਦੇ ਲਈ ਕੋਈ ਇਸ ਤਰ੍ਹਾਂ ਨਹੀਂ ਕਰ ਰਹੇ, ਠੀਕ ਹੈ। ਸੈਕੰਡਲੀ ਗੱਲ ਹੈ, ਜੇ ਆਪਣੀ ਆਈ ਤੇ ਆਉਂਦੇ ਨੇ ਪੁਲਿਸ ਵਾਲੇ, ਜਦੋਂ ਇਹਨਾਂ ਨੇ ਪਰਚਾ ਕੱਟਣਾ ਹੁੰਦਾ ਹੈ, ਇਹ ਹਰ ਟਾਈਮ ਜਿੱਥੇ ਮਰਜ਼ੀ ਕਿਸੇ ਵੀ ਨਜਾਇਜ਼ ਬੰਦੇ ਨੂੰ ਖੜਾ ਕਰਕੇ ਆਪਣੀ ਇਹਨਾਂ ਦੀ FIR ਤਕਰੀਬਨ ਸਾਡੇ ਕੋਲ ਡੇਲੀ ਰੂਟੀਨ ਚ ਆਉਂਦੀਆਂ ਨੇ, ਜਿਹਦੇ ਵਿੱਚ ਸਪੈਸੀਫਿਕਲੀ ਲਿਖਿਆ ਹੁੰਦਾ FIR ਕੱਟੀ ਗਈ, ਸਾਡੀ ਗੱਡੀ 'ਚ ਪ੍ਰਿੰਟਰ ਪਿਆ ਸੀ, ਪ੍ਰਿੰਟਰ ਦੇ ਸਹਾਇਤਾ ਦੇ ਨਾਲ ਇਨਵੇਟਰ ਲੱਗਾ ਹੋਇਆ ਸੀ ਤੇ ਅਸੀਂ ਪ੍ਰਿੰਟ ਕੱਢ ਕੇ ਨਾਲ ਦੀ ਨਾਲ FIR ਕੱਟਦੀ। ਕੀ ਇੱਕ ਪੁਲਿਸ ਵਾਲੇ ਦੇ ਉੱਤੇ 5 ਦਿਨਾਂ ਬਾਅਦ ਵੀ ਪਰਚਾ ਨਹੀਂ ਕੱਟਿਆ ਜਾਂਦਾ? ਕਿਉਂ? ਉੱਥੇ ਇਹਨਾਂ ਦੇ ਪ੍ਰਿੰਟਰ ਕਿੱਥੇ ਗਏ, ਉੱਥੇ ਇਹਨਾਂ ਦੇ ਪਰਚੇ ਕਿੱਥੇ ਗਏ ਕੱਟਣ ਲਈ? ਅੱਜ 5 ਦਿਨ ਹੋ ਚੁੱਕੇ ਨੇ ਇਸ ਮਾਮਲੇ ਨੂੰ ਤੇ ਹਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਮ, ਜਿਹੜੀ ਸਾਡੀ ਲੜਾਈ ਹੈ, ਇਹ ਲੜਾਈ ਇੱਕ ਇੰਸਟੀਟਿਊਸ਼ਨ ਦੇ ਖਿਲਾਫ ਹੈ, ਪੁਲਿਸ ਡਿਪਾਰਟਮੈਂਟ ਦੇ ਵਿੱਚ ਬਹੁਤ ਤਰੀਕੇ ਦੇ ਲੋਕ ਬੈਠੇ ਹੁੰਦੇ ਜਿਹੜੇ ਉਹਨੂੰ ਸੇਵ ਵੀ ਕਰ ਰਹੇ ਆ। ਆਪਣੀ ਕਨਸਟੀਟਿਊਸ਼ਨ ਦੇ ਵਿੱਚ ਪਾਵਰਸ ਪੁਲਿਸ ਨੂੰ ਇੰਨੀ ਦੇਤੀਆਂ ਵੀ ਉਹਦੇ ਅੱਗੇ ਕੋਈ ਛੇਤੀ ਸੁਣਵਾਈ ਨਹੀਂ ਹੁੰਦੀ, ਪਰ ਹੁਣ ਉਹ ਫਸੇ ਇੱਥੇ ਹੋਏ ਆ ਕਿ ਜਿਹੜੇ ਉਹਨਾਂ ਦੇ ਸੇਫਗਾਰਡ ਸੀ ਉਹੀ ਅੱਜ ਸੜਕਾਂ ਤੇ ਆਏ ਹੋਏ ਆ। ਦੇਖੋ ਜੀ, ਮੈਂ ਪਬਲਿਕ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਦ ਤੁਹਾਨੂੰ ਪੁਲਿਸ ਧੱਕਾ ਕਰਦੀ ਹੈ ਤੁਹਾਨੂੰ ਉੱਥੇ ਵਕੀਲ ਦੀ ਲੋੜ ਹੁੰਦੀ ਹੈ। ਜੇ ਵਕੀਲ ਦੀ ਨਹੀਂ ਸੁਣੀ ਗਈ ਤਾਂ ਤੁਹਾਨੂੰ ਅੱਗੇ ਇਨਸਾਫ ਕੌਣ ਦਿਵਾਏਗਾ? ਇੱਕ ਬੰਦੇ ਨੂੰ ਹੁਣ ਸਿਰਫ ਇਸ ਕਰਕੇ ਬਚਾਇਆ ਜਾ ਰਿਹਾ ਕਿ ਜੀ ਉਹ ਇਨਵੈਸਟੀਗੇਸ਼ਨ ਕਰ ਰਿਹਾ ਸੀ। ਕਿੱਥੇ CRPC ਕਿਹੜੇ ਕਾਨੂੰਨ 'ਚ ਲਿਖਿਆ ਵੀ ਇਨਵੈਸਟੀਗੇਸ਼ਨ ਕਰਦੇ ਟਾਈਮ ਤੁਸੀਂ ਕਿਸੇ ਨੂੰ ਵੀ ਜਿਵੇਂ ਮਰਜ਼ੀ ਜੋ ਮਰਜ਼ੀ ਕੁੱਟੋ ਤੱਕ ਤਾਂ ਠੀਕ ਹੈ, ਜਦੋਂ ਪਤਾ ਲੱਗ ਗਿਆ ਉਹ ਬੰਦਾ ਬੇਗੁਨਾਹ, ਉਸ ਤੋਂ ਬਾਅਦ ਵੀ ਕੁੱਟਿਆ ਤੇ ਉਸ ਤੋਂ ਬਾਅਦ ਹੁਣ ਉਹਨੂੰ ਡਰਾਇਆ ਵੀ ਜਾ ਰਿਹਾ, ਧਮਕੀਆਂ ਮਾਰਨ ਤੱਕ ਦੀ ਦਿੱਤੀ ਜਾ ਰਹੀਆਂ ਨੇ। ਅਸੀਂ ਉਹਦੀ ਵਰਕਿੰਗ ਦੇ ਖਿਲਾਫ ਨਹੀਂ ਹੈ, ਅਸੀਂ ਉਹਦੀ ਧਮਕੀਆਂ ਦੇ, ਅਸੀਂ ਉਹਦੇ ਕੰਮ ਦੇ ਖਿਲਾਫ ਹੈ। ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਹੜੀ ਰਹੀ ਗੱਲ 5 ਦਿਨ ਦੀ, ਅਸੀਂ ਇੱਥੇ 5 ਦਿਨ ਹੋਰ ਬਹਿਣ ਨੂੰ ਤਿਆਰ ਹੈ। ਪਿਛਲੀ ਅਕਾਲੀ ਗਵਰਨਮੈਂਟ ਦੇ ਵਿੱਚ DGP ਸੈਣੀ ਸਾਹਿਬ ਬਦਲੇ ਗਏ ਸੀਗੇ ਤੇ ਇਹ ਤਾਂ ਫਿਰ ਇੱਕ ਇੰਸਪੈਕਟਰ ਹੈ। ਜਦ ਹਜੂਮ ਇਕੱਠਾ ਹੁੰਦਾ ਹੈ ਜੀ ਤੇ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਹੈ। ਜੇ ਗਲਤ ਹੈ ਤਾਂ ਝੁਕਣਾ ਤਾਂ ਪੈਣਾ ਹੀ ਹੈ ਜੀ। ਅੱਛਾ, ਇਹਨੂੰ CM ਸਾਹਿਬ ਦੇ ਪਿੱਛੋਂ ਬਹੁਤ ਜ਼ਿਆਦਾ ਸ਼ੈ ਹੈਗੀ ਹੈ। ਬਾਕੀ ਜਿਹੜੇ ਵੱਡੇ ਵੱਡੇ ਮੰਤਰੀ ਬੈਠੇ ਨੇ ਸਾਰਿਆਂ ਦੀ ਸ਼ੈ ਹੈਗੀ ਹੈ। ਇਹਨੂੰ ਕੋਈ ਕੁਝ ਕਹਿ ਨਹੀਂ ਰਿਹਾ ਤੇ ਉਹ ਡਾਇਰੈਕਟਲੀ ਧਮਕੀਆਂ ਦੇ ਰਹੇ ਨੇ ਕਿ ਅਸੀਂ ਵਰੁਣ ਨੂੰ ਬਾਅਦ ਚੋਂ ਨਹੀਂ ਛੱਡਣਾ, ਇਹ ਸਾਡਾ ਤੇ ਕੁਝ ਵਿਗਾੜ ਨਹੀਂ ਸਕਦਾ ਪਰ ਅਸੀਂ ਉਹਨੂੰ ਨਹੀਂ ਛੱਡਣਾ। ਸਾਨੂੰ ਡਾਇਰੈਕਟ ਧਮਕੀਆਂ ਆ ਰਹੀਆਂ ਨੇ ਇਸ ਚੀਜ਼ ਦੀਆਂ। ਹਲੇ ਵੀ ਜੇ ਸਾਡੇ ਵਰਗੇ ਜਿਨ੍ਹਾਂ ਨੇ ਅਸੀਂ ਇਨਸਾਫ ਦਿਵਾਉਣਾ, ਸਾਨੂੰ ਹੀ ਨਹੀਂ ਇਨਸਾਫ ਮਿਲ ਰਿਹਾ ਤੇ ਆਮ ਪਬਲਿਕ ਕੀ ਹੋਏਗਾ ਉਹਨਾਂ ਦਾ? ਆ ਪੰਜਾਬ ਸਾਡਾ ਕਿੱਥੇ ਜਾ ਰਿਹਾ? ਬੱਚੇ ਅੱਗੋਂ ਫਿਊਚਰ ਕੀ ਹੈ ਇੱਥੇ? ਤਾਂ ਹੀ ਤਾਂ ਸਾਰੇ ਜਾਣੇ ਆਪਣੇ ਬੱਚਿਆਂ ਨੂੰ +2 ਕਰਾਉਂਦੇ, ਚੱਲ ਬਈ ਬਾਹਰ ਜਾ। ਇੱਥੇ ਫਿਊਚਰ ਹੀ ਨਹੀਂ ਕੋਈ। 5 ਦਿਨ ਹੋ ਗਏ ਸਾਨੂੰ ਧੱਕੇ ਖਾਂਦੇ, ਉਹਦੇ ਤੋਂ ਕੋਈ FIR ਨਹੀਂ, ਕੋਈ ਕੁਛ ਨਹੀਂ। ਉਹ ਮਤਲਬ ਇੰਨੀ ਕਾਹਦੀ ਸ਼ੈ ਹੈ ਨਾ? ਸਾਡੀ ਕੋਈ ਕੀ ਕਹਿੰਦੇ ਨੇ ਨਿਊਜ਼ ਹੈ, ਕੋਈ TV ਤੇ ਨਹੀਂ ਆ ਰਹੀ। ਮਤਲਬ ਉਹ ਬਸ ਇਸ ਜਗ੍ਹਾ ਤੇ ਇਹਨੂੰ ਘੁਮਾਈ ਜਾ ਰਹੇ ਨੇ। ਅਸੀਂ ਇਨਸਾਫ ਚਾਹੁੰਦੇ ਆ। ਜੋ ਥ੍ਰੈਟਸ ਮਿਲ ਰਹੇ ਨੇ, ਪਿੱਛੇ ਹਟ ਜੋ ਜੀ ਨਹੀਂ ਤੇ ਜਾਨੋਂ ਮਾਰ ਦਾਂਗੇ ਵਰੁਣ ਨੂੰ, ਪਿੱਛੋਂ ਹਟ ਦੋ ਜੀ ਨਹੀਂ ਤੇ ਫੈਮਿਲੀ ਮੈਂਬਰ ਨੂੰ ਜਾਨੋਂ ਮਾਰ ਦਾਂਗੇ। ਮਤਲਬ ਗਲਤੀ ਕਰਤੀ, ਗਲਤ ਚੀਜ਼ ਅੱਗੇ ਆਪਾਂ ਉੱਠ ਕੇ ਆਏ ਆ, ਗਲਤ ਚੀਜ਼ ਨੂੰ ਦਬਾਉਣ ਲਈ ਗਲਤੀ ਕਰਦੀ। ਤੁਹਾਡੇ ਸਾਹਮਣੇ ਕਿੰਨੇ ਵਿਕਟਮ ਹੋਰ ਆ ਰਹੇ ਨੇ ਜਿਨ੍ਹਾਂ ਦੇ ਭਰਾ ਸਤਾਏ ਹੋਏ ਨੇ, ਇੰਨੇ ਪਿਓ ਸਤਾਏ ਹੋਏ ਨੇ। ਕੋਈ ਤਾਂ ਉਹਦੇ ਅੱਗੇ ਐਕਸ਼ਨ ਲਓ। ਤੁਸੀਂ ਕਦੋਂ ਐਕਸ਼ਨ ਹੋਊਗਾ? ਉੱਤੋਂ ਸਾਨੂੰ ਧਮਕੀਆਂ ਦਵਾਈਆਂ ਜਾ ਰਹੀਆਂ। ਇਹਨੂੰ ਡਿਸਮਿਸ ਕਰਾਣਾ ਹੈ, ਲੋਲੀਪੌਪ ਨਹੀਂ ਲੈਣਾ ਸੀ 323 ਦੀ FIR ਦਾ। 323 ਦੀ FIR ਦਾ 5 ਦਿਨ ਅਸੀਂ ਲਾ ਕੇ 323 ਦੀ FIR ਲੈਣੀ ਹੈ? ਆ ਸਾਡੀ ਔਕਾਤ ਰਹੇਗੀ? ਅਸੀਂ ਇਹਨੂੰ ਡਿਸਮਿਸ ਕਰਾਣਾ ਹੈ। ਰਾਹੁਲ ਕਪੂਰ ਐਡਵੋਕੇਟ, ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣੇ ਵਿੱਚ ਬਤੌਰ ਐਡਵੋਕੇਟ ਪ੍ਰੈਕਟਿਸ ਕਰਦਾ ਜੀ। ਜੋ ਅਸੀਂ ਧਰਨਾ ਪਿਛਲੇ 5 ਦਿਨ ਤੋਂ ਫਿਰੋਜ਼ਪੁਰ ਰੋਡ ਤੇ ਕਚਹਿਰੀ ਦੇ ਬਾਹਰ ਲਗਾਇਆ ਹੋਇਆ, ਉਸ ਬਾਰੇ ਮੈਂ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਦੀ ਆਮ ਜਨਤਾ ਤੋਂ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦਾ ਹਾਂ ਅਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜੋ ਲੜਾਈ ਅਸੀਂ ਧਰਨਾ ਲਗਾਇਆ ਹੈ, ਇਹ ਸਿਰਫ ਆਪਾਂ ਆਪਣੇ ਲਈ ਨਹੀਂ ਲਗਾਇਆ, ਆਮ ਲੁਧਿਆਣੇ ਦੀ ਜਨਤਾ ਨੇ ਲਗਾਇਆ, ਜਿਨ੍ਹਾਂ ਉੱਤੇ ਨਜਾਇਜ਼ ਪਰਚੇ, ਜਿਨ੍ਹਾਂ ਦੇ ਮੁੰਡਿਆਂ ਦੇ ਨਜਾਇਜ਼ ਪਰਚੇ ਪਾਏ ਗਏ, ਜਿਨ੍ਹਾਂ ਨੇ ਨਜਾਇਜ਼ FIR ਕੀਤੀ ਗਈ ਹੈ ਮੁੰਡਿਆਂ ਦੇ, ਸਿਰਫ ਉਹਨਾਂ ਦੀ ਇੱਕ SHO ਦੀ ਸਸਪੈਂਸ਼ਨ ਨਹੀਂ ਲਗਾਇਆ ਗਿਆ। ਸੋ ਇਹ ਲੜਾਈ ਸਾਡੇ ਇਕੱਲੇ ਵਕੀਲਾਂ ਦੀ ਨਹੀਂ ਲੜਾਈ ਹੈ, ਇਹ ਲੁਧਿਆਣੇ ਦੀ ਆਮ ਜਨਤਾ ਲੜਾਈ ਹੈ। ਇਸ ਵਿੱਚ ਸਾਡਾ ਵੱਧ ਚੜ ਕੇ ਸਾਥ ਦਿਓ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਵਾ ਜਿਨ੍ਹਾਂ ਜਿਹਨੂੰ ਇਨਕਨਵੀਨੀਅੰਸ ਹੋਈ ਹੈ ਇਸ ਧਰਨੇ ਤੋਂ। ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ, ਬਸ ਇੰਨਾ ਕਹਿੰਦਾ ਮੈਂ ਸਾਰਿਆਂ ਨੂੰ ਅਲਵਿਦਾ। ਸਰ, ਜਿਵੇਂ ਕਿ ਆਮ ਜਨਤਾ ਕਾਫੀ ਜ਼ਿਆਦਾ ਉਹਨੂੰ ਇਨਕਨਵੀਨੀਅੰਸ ਹੋਇਆ ਪਿਆ ਹੈ ਇਸ ਧਰਨੇ ਦੇ ਕਰਕੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਸਮਝ ਤੋਂ ਬਾਹਰ ਹੈ ਜੀ। ਸਾਡਾ ਹਿੰਦੁਸਤਾਨ ਕਿੱਧਰ ਨੂੰ ਰੁੜੀ ਜਾ ਰਿਹਾ। ਇੱਕ ਕੱਲ ਵਾਹਾਂ ਦੇ ਸਿਰ ਤੇ ਰਾਜਧਾਨੀ ਦੇ ਵਿੱਚ ਐਡਾ ਕਲੇਸ਼ ਪੈ ਗਿਆ, ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਗਲਤ ਹੈ। ਆਹ ਲੁਧਿਆਣਾ ਹੁਣ ਸਾਡਾ ਐਟ ਰੈਂਸਮ ਲਿੱਤਾ ਪਿਆ। ਆ ਵਕੀਲਾਂ ਨੂੰ ਜਿਹੜੇ ਕਿ ਕੋਰਟਾਂ ਦੇ ਏਡੇ ਮਾਹਿਰ ਹੈ, ਜਿਹੜਾ ਕੋਈ ਪ੍ਰੋਬਲਮ ਹੈ ਖੁਦ ਕਿਉਂ ਨਹੀਂ ਕੋਰਟ ਦੇ ਵਿੱਚ ਜਾ ਕੇ ਕੇਸ ਲੜਦੇ? ਆਮ ਜਨਤਾ ਨੂੰ ਕਿਉਂ ਤਰਸਤ ਕੀਤਾ ਹੋਇਆ? ਕਾਰਨ ਤਾਂ ਪਤਾ ਚੱਲੇ। ਪੁਲਿਸ ਪ੍ਰਸ਼ਾਸਨ ਆਪਦਾ ਬੈਠਾ ਹੈ, ਵਕੀਲ ਆਪਦਾ ਬੈਠੇ, ਮਾਰ ਔਰ ਪਿਸ ਕੌਣ ਰਹੀ ਹੈ? ਜਨਤਾ। ਕੈਪਟਨ ਸਾਹਿਬ ਨੂੰ ਅੱਜ ਆਣਾ ਪੈ ਜਾਵੇ ਨਾ, ਮੈਂ ਦੇਖਦਾ ਵੀ ਆਹ ਕਿਵੇਂ ਨਹੀਂ ਰਸਤਾ ਖੁੱਲਦਾ। 1 ਸਕਿੰਟ ਦੇ ਵਿੱਚ ਇੱਥੇ ਰਸਤਾ ਖੁੱਲੂਗਾ, ਕਿਉਂਕਿ ਉਹ ਸੀਐਮ ਨੇ, ਨੋ ਡਾਊਟ ਸਾਡੇ ਸੀਐਮ ਹੈ, ਅਸੀਂ ਉਹਨਾਂ ਨੂੰ ਬਣਾਇਆ, ਪਰ ਪੁੱਛ ਪ੍ਰਤੀਤ ਕਰਨ ਵਾਲਾ ਆਮ ਜਨਤਾ ਦਾ ਇਸ ਦੇਸ਼ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ ਵੀ ਕੋਈ ਹੈਗਾ। ਤੁਸੀਂ ਇਸ ਮਾਮਲੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਵੇਖਦੇ ਰਹੋ ਡੇਲੀ ਹਿਤੈਸ਼ੀ। Watch Daily Hiteshi. Voice of Nation.